जी आए नूं प्यारे विद्यार्थियों, 6th क्लास दी मैथ दी बुक दा चैप्टर नंबर 3 प्लेइंग विद नंबर्स संख्यावां नाल खेडना। सो आओ उस चैप्टर दी आखिरी एक्सरसाइज 3.7 करिए। सो प्यारे विद्यार्थियों, मैथ कैन नेवर बी लर्नड बाय रीडिंग और वॉचिंग, इट कैन बी लर्नड बाय डूइंग। अर्थात जिहड़ा गणित है वो कदी भी सुन के या रीडिंग करके या देख के नहीं सीखा जा सकता, ਇਹ ਕਰਕੇ ਸਿੱਖਿਆ ਜਾ ਸਕਦਾ ਹੈ। ਸੋ ਇਹ ਸਾਰੇ ਸਵਾਲਾਂ ਨੂੰ ਤੁਸੀਂ ਆਪ ਕਰਨਾ ਹੈ। ਵੀਡੀਓ ਪੌਜ਼ ਕਰਕੇ ਤੁਸੀਂ ਸਾਰੀਆਂ ਜਿਹੜੇ ਸਵਾਲ ਨੇ ਇਹਨਾਂ ਨੂੰ ਧਿਆਨ ਨਾਲ ਸੁਣਨਾ ਹੈ ਤੇ ਜਿਹੜੇ ਹੱਲ ਨੇ ਸੋਲੂਸ਼ਨਸ ਨੇ ਉਹਨੂੰ ਵੀ ਨੋਟ ਕਰੀ ਜਾਣਾ ਹੈ ਤੇ ਜਿਹੜੀ ਗੱਲਾਂ ਮੈਂ ਦੱਸਾਂਗਾ ਉਹਨਾਂ ਨੂੰ ਵੀ ਬੜੇ ਧਿਆਨ ਨਾਲ ਸੁਣਨਾ ਹੈ। ਸੋ ਆਓ ਸ਼ੁਰੂ ਕਰੀਏ ਤੇ ਸ਼ੁਰੂ ਕਰਨ ਤੋਂ ਪਹਿਲੇ ਕੁਝ ਇੰਪੋਰਟੈਂਟ ਪੁਆਇੰਟਸ ਨੇ ਉਹ ਤੁਸੀਂ ਨੋਟ ਕਰ ਲੈਣੇ ਨੇ ਤੇ ਉਹਨਾਂ ਨੂੰ ਮੈਮੋਰਾਈਜ਼ ਕਰ ਲੈਣਾ ਹੈ। ਓਕੇ, always remember, सदा याद रखो, two numbers having only one as a common factor are known as co-prime numbers। ਸਹਿ ਅਭਾਜ ਸੰਖਿਆਵਾਂ ਅਗਰ ਦੋ ਸੰਖਿਆਵਾਂ ਦੇ ਵਿੱਚ ਸਾਂਝਾ ਗੁਣਨਖੰਡ ਸਿਰਫ ਤੇ ਸਿਰਫ ਇੱਕ ਹੋਵੇ ਤੇ ਉਹਨਾਂ ਨੂੰ ਕਿਹਾ ਜਾਂਦਾ ਹੈ co-prime numbers ਜਾਂ ਸਹਿ ਅਭਾਜ ਸੰਖਿਆਵਾਂ। ਠੀਕ ਹੈ, ਅਗਲੀ ਗੱਲ, HCF of two co-prime numbers is always 1। ਜਿਹੜਾ ਦੋ co-prime ਨੰਬਰ ਹੋਣਗੇ ਉਹਨਾਂ ਦਾ ਮਹੱਤਵ ਜਿਹੜਾ ਹਮੇਸ਼ਾ ਇੱਕ ਹੋਏਗਾ ਤੇ LCM of two co-prime numbers is equal to their product। ਤੇ ਜਿਹੜਾ ਉਹਨਾਂ ਦਾ ਲਘੁੱਤਮ ਹੋਏਗਾ LCM ਹੋਏਗਾ ਦੋ co-prime ਨੰਬਰ ਦਾ, ਉਹ ਉਹਨਾਂ ਦਾ ਗੁਣਨਫਲ ਹੋਏਗਾ। ਉਹ ਦੋ ਨੰਬਰ ਜਿਹੜੇ ਨੇ ਉਹਨਾਂ ਨੂੰ ਮਲਟੀਪਲਾਈ ਕਰ ਦਿਓ ਤੇ ਉਹਨਾਂ ਦਾ LCM ਆ ਜਾਏਗਾ ਅਗਰ ਉਹ ਦੋ ਨੰਬਰ co-prime ਹਨ ਤਾਂ। ਠੀਕ ਹੈ, ਆਓ ਅੱਗੇ ਚਲੀਏ। ਓਕੇ, point number 4, between two numbers if one number is a factor of another number। ਮੰਨ ਲਓ ਦੋ ਸੰਖਿਆਵਾਂ ਦਿੱਤੀਆਂ ਤੇ ਦੋ ਸੰਖਿਆਵਾਂ ਵਿੱਚ ਤੁਸੀਂ ਦੇਖਦੇ ਹੋ ਕਿ ਇੱਕ ਜਿਹੜਾ ਛੋਟਾ ਨੰਬਰ ਹੈ ਉਹ ਵੱਡੀ ਸੰਖਿਆ ਨੂੰ ਪੂਰਾ ਭਾਗ ਕਰ ਦਿੰਦਾ ਹੈ ਕੰਪਲੀਟਲੀ, ਰਿਮਾਈਂਡਰ 0 ਆਉਂਦਾ ਹੈ। ਠੀਕ ਹੈ, ਐਗਜ਼ੈਕਟ ਡਿਵੀਜ਼ਰ ਹੈਗਾ, ਅਰਥਾਤ ਉਹਦਾ ਫੈਕਟਰ ਹੈਗਾ। ਉਸ ਹਾਲਤ ਵਿੱਚ ਉਹ ਦੋ ਨੰਬਰਾਂ ਦਾ ਜਿਹੜਾ HCF ਹੋਏਗਾ ਉਹ ਛੋਟਾ ਨੰਬਰ ਹੋਏਗਾ। ਸਮੋਲਰ ਨੰਬਰ ਇਜ਼ देयर HCF ਤੇ ਗ੍ਰੇਟਰ ਨੰਬਰ ਜਿਹੜਾ ਉਹਨਾਂ ਤੋਂ ਹੋਏਗਾ ਵੱਡਾ ਹੋਏਗਾ, that will be their LCM। ਸੋ ਇਹ ਤੇ ਬੱਚੇ ਬੜਾ ਹੀ ਆਸਾਨ ਹੈ, ਮਤਲਬ ਕੀ ਹੈ ਇਹ ਜਿਹੜੇ ਨੁਕਤੇ ਨੇ these hints are very useful। ਤੁਸੀਂ ਦੋ ਨੰਬਰ ਦੇਖੋ ਤੇ ਮੈਂਟਲੀ ਦੇਖੋ ਕਿ ਛੋਟਾ ਨੰਬਰ ਵੱਡੇ ਨੂੰ ਪੂਰਾ ਭਾਗ ਕਰ ਦਿੰਦਾ ਹੈ ਤੇ ਛੋਟਾ ਨੰਬਰ HCF ਹੋ ਗਿਆ ਤੇ ਵੱਡਾ ਨੰਬਰ LCM ਹੋ ਗਿਆ। ਅੱਗੇ ਚਲੀਏ। If a number is divisible by any number then it is also divisible by each of the factors of that number। ਜਿਵੇਂ ਬੱਚੋ 15 ਹੈ, ਇਹ ਮੰਨ ਲਓ 15 ਹੈਗਾ, 15 ਜਿਹੜਾ ਹੈ ਉਹ 15 ਨਾਲ ਵੀ ਭਾਗ ਹੁੰਦਾ ਹੈ, 3 ਨਾਲ ਵੀ ਭਾਗ ਹੁੰਦਾ ਹੈ, 5 ਨਾਲ ਵੀ ਭਾਗ ਹੁੰਦਾ ਹੈ। ਕਿਉਂ? ਕਿਉਂਕਿ 15 ਦਾ ਫੈਕਟਰ ਜਿਹੜਾ 3 ਔਰ 5 15 ਦੇ ਫੈਕਟਰ ਨੇ। ਸੋ ਅਗਰ 15 ਨਾਲ ਭਾਗ ਹੁੰਦਾ ਹੈ ਤੇ 15 3 ਔਰ 5 ਦੇ ਨਾਲ ਵੀ ਡਿਵਾਈਡ ਹੋ ਜਾਏਗਾ। ਇਸੇ ਤਰ੍ਹਾਂ 20 ਲੈ ਲਓ, 20 ਦੇ ਫੈਕਟਰ ਕਿਹੜੇ ਨੇ? 1 ਇੱਕ ਨਾਲ ਵੀ ਭਾਗ ਹੋ ਜਾਏਗਾ, 2 ਇਜ਼ ਅ ਫੈਕਟਰ 2 ਨਾਲ ਵੀ ਭਾਗ ਹੋ ਜਾਏਗਾ, ਫਿਰ 4 ਇਜ਼ ਅ ਫੈਕਟਰ 4 ਨਾਲ ਵੀ ਭਾਗ ਹੋ ਜਾਏਗਾ, 5 ਇਜ਼ ਅ ਫੈਕਟਰ 5 ਨਾਲ ਵੀ ਭਾਗ ਹੋ ਜਾਏਗਾ, 10 is a factor 10 ਦੇ ਨਾਲ ਵੀ ਭਾਗ ਹੋ ਜਾਏਗਾ। ਠੀਕ ਹੈ, ਸੋ ਇਫ ਅ ਨੰਬਰ ਇਜ਼ ਡਿਵੀਜ਼ੀਬਲ ਬਾਏ ਐਨੀ ਨੰਬਰ, ਮਤਲਬ ਕਿ ਤੇ ਉਹਦੇ ਸਾਰੇ ਜਿਹੜੇ ਫੈਕਟਰ ਹੈਗੇ ਨੇ ਉਹਦੇ ਨਾਲ ਵੀ ਭਾਗ ਹੋ ਜਾਏਗਾ। ਹੁਣ ਜਿੱਦਾਂ ਮੰਨ ਲਓ ਇਫ ਜਿਹੜਾ 20 ਹੈ, ਠੀਕ ਹੈ, 20 10 ਨਾਲ ਭਾਗ ਹੋ ਜਾਂਦਾ ਹੈ। ਹੁਣ 10 ਦੇ ਫੈਕਟਰ ਕਿਹੜੇ ਹੈਗੇ? 2 ਔਰ 5। ਇਟ ਮੀਨਸ ਇਫ ਨੰਬਰ 20 is divisible by 10 then it is also divisible by 2 and 5 as well। ਠੀਕ ਹੈ, ਇੱਕ ਤੇ ਜਿਹੜੇ ਉਹਦੇ ਸਾਰੇ ਫੈਕਟਰ ਨੇ ਉਹਨਾਂ ਵੀ ਭਾਗ ਹੋ ਜਾਏਗਾ ਤੇ ਡਿਵੀਜ਼ਰ ਹੈਗਾ, ਡਿਵੀਜ਼ਰ ਦੇ ਵੀ ਜਿੰਨੇ ਫੈਕਟਰਸ ਹੋਣਗੇ ਉਹਦੇ ਨਾਲ ਵੀ ਉਹ ਨੰਬਰ ਭਾਗ ਹੋ ਜਾਏਗਾ। ਠੀਕ ਹੈ, ਅਗਲੀ ਗੱਲ ਬੜੀ ਇੰਪੋਰਟੈਂਟ ਹੈ, ਇਫ ਅ ਨੰਬਰ ਇਜ਼ ਐਗਜ਼ੈਕਟਲੀ ਡਿਵੀਜ਼ੀਬਲ ਬਾਈ 2 ਔਰ ਮੋਰ ਨੰਬਰਸ then it is also divisible by their LCM। ਇਹ ਬੜਾ ਹੀ ਇੰਪੋਰਟੈਂਟ ਹੈ ਤੇ ਇਹ ਇਸ ਐਕਸਰਸਾਈਜ਼ ਵਿੱਚ ਇਹਦਾ ਯੂਜ਼ ਆਏਗਾ। if a number is exactly divisible by 2 or more numbers then that number will be divisible by the LCM of those numbers। ठीक है, आओ शुरू करिए। ਹੁਣ ਅਗਲੀ ਐਕਸਰਸਾइज शुरू करिए। क्वेश्चन नंबर 1, रेनू परचेजेस मैंने खरीदती है, परचेज मैंने खरीदना, परचेजेस का मतलब खरीदती है। 2 bags of फर्टिलाइजर ਜਿਹੜਾ ਖੇਤਾਂ ਵਿੱਚ ਕ੍ਰੌਪਸ ਨੂੰ ਖੁਰਾਕ ਪਾਈ ਜਾਂਦੀ ਹੈ, ਢੇਰ ਪਾਇਆ ਜਾਂਦਾ ਹੈ, of weight 75 kg and 69 kg। ठीक है, find the maximum value of weight which can measure the weight of the fertilizer exact number of times। ਕਹਿੰਦੇ ਉਹ ਇੱਕ weight ਦੱਸੋ ਕਿਹੜਾ ਹੋਏਗਾ ਜਿਹਦੇ ਨਾਲ 75 kg ਤੇ 69 kg ਦੋਨਾਂ ਨੂੰ ਐਗਜ਼ੈਕਟਲੀ
मैजर किया जा सके। जिथे बच्चों आ जाए मैक्सीमम नंबर वर्ड आ जाए मैक्सीमम, तो यहाँ आ जाए एग्जैक्ट नंबर, तो दोनों मैक्सीमम आ जाए तो एग्जैक्ट नंबर ऑफ टाइम्स की गल आ जाए। ਇਹਦਾ मतलब है मोस्ट लाइकली ਉਹਦੇ ਵਿੱਚ HCF फाइंड आउट करना होएगा। ठीक है, सो ਇਹਦਾ आंसर इधर तैयार करना है। पहले देखो इस तरह तैयार करना है आंसर। फॉर मेजरिंग एग्जैक्ट नंबर ऑफ टाइम्स द वेट हैज टू बी एन एग्जैक्ट डिवीजर ऑफ द गिवन वेट्स। ये पक्की गल है, ताही तो एग्जैक्ट नंबर ऑफ टाइम्स करेगा। इट मीन्स दैट वेट शुड बी एबल टू डिवाइड 75 एग्जैक्टली एज वेल एज 69 एग्जैक्टली। ठीक है, इट मीन्स वो जो वेट है इट शुड बी फैक्टर ऑफ 69, इट शुड बी फैक्टर ऑफ 75 आल्सो। पर उन्होंने क्या मैक्सिमम, एज द वेट हैज टू बी मैक्सिमम, दिस मीन्स दैट द वेट विल बी द HCF ऑफ 75 एंड 69। इस तरह लिखना है। ਇਹਦਾ मतलब ਜਿਹੜਾ ਉਹ ਭਾਰ ਹੋਏਗਾ ਉਹ 75 ਅਤੇ 69 ਦਾ ਮਹੱਤਮ ਹੋਏਗਾ। ਸੋ ਅੱਗੇ ਦੇਖੀਏ ਕਿੱਦਾਂ ਕਰਨਾ ਹੈ। ਉਹਨਾਂ ਨੇ ਫੈਕਟਰ ਲੈ ਲਏ, ਤੁਹਾਨੂੰ ਕਰਨੇ ਦੱਸੇ ਨੇ ਬੱਚਿਓ। पहली एक्सरसाइजा में तुम दस चुके हैं कि फैक्टर किदा करी देने। सो 75 के फैक्टर हो गए 1, 3, 5, 15, 25, 75। इसी तरह फैक्टर्स ऑफ 69 हो गए 1, 3, 23, 69। ठीक है, हुण कॉमन फैक्टर किहड़े हैगे ने, 1 भी हैगा कॉमन पर 3 भी कॉमन हैगा, एंड वी हैव टू लुक फॉर दी हाईएस्ट और लार्जेस्ट फैक्टर। तो लार्जेस्ट कॉमन फैक्टर किहड़ा 3 हैगा। सो HCF ऑफ 75 एंड 69 इज इक्वल टू 3। सो साडा आंसर आ गया। Thus 3 kg is the maximum value of weight which can measure the weight of the fertilizer exact number of times. So यह साडा हो गया पहला सवाल। यह है दूसरा मेथड, सेकंड मेथड बाय प्राइम फैक्टराइजेशन। सो 75 ਦੇ प्राइम फैक्टर किया। प्राइम फैक्टराइजेशन आल्सो ਤੁਹਾਨੂੰ ਪਹਿਲੀ एक्सरसाइज ਵਿੱਚ ਅਸੀਂ करना सिखा चुके हाँ। ठीक है, सो ਉਹਨੂੰ रिपीट नहीं करांगे ਇੱਥੇ, नहीं तो फिर वीडियो बहुत ਵੱਡਾ हो जाएगा। ਜਿਹੜੇ ਬੱਚਿਆਂ ਨੂੰ ਪ੍ਰਾਈਮ ਫੈਕਟਰਾਈਜੇਸ਼ਨ ਨਹੀਂ ਪਤਾ ਉਹਦੀਆਂ ਪਹਿਲੀ ਐਕਸਰਸਾਈਜ਼ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਦੇਖ ਲੈਣ। ਠੀਕ ਹੈ, ਸੋ ਤੇ ਇੱਕ ਵੀਡੀਓ ਹੋਰ ਵੀ ਹੈਗਾ ਪ੍ਰਾਈਮ ਫੈਕਟਰਾਈਜੇਸ਼ਨ। ਤੁਸੀਂ ਪਲੇਲਿਸਟ ਵਿੱਚ ਜਾਓ ਤੇ ਉੱਥੇ ਜਾਓ ਮੈਥ ਕਨਸੈਪਟਸ, ਇੱਕ ਪਲੇਲਿਸਟ ਦਾ ਨਾਮ ਹੈਗਾ ਮੈਥ ਕਨਸੈਪਟਸ, ਤੇ ਉਹਦੇ ਵਿੱਚ ਬੜੇ ਡਿਟੇਲ ਦੇ ਵਿੱਚ ਜਿਹੜਾ ਹੈ ਪ੍ਰਾਈਮ ਫੈਕਟਰਾਈਜੇਸ਼ਨ ਦਾ ਕਨਸੈਪਟ ਹੈਗਾ ਉਦਾਹਰਨਾਂ ਦੇ ਨਾਲ ਐਗਜ਼ਾਮਪਲਸ ਦੇ ਨਾਲ ਸਮਝਾਇਆ ਗਿਆ। ਠੀਕ ਹੈ, ਸੋ ਆ ਦੇਖੋ ਪਹਿਲੇ 3 ਦੇ ਨਾਲ ਅਸੀਂ ਲਿਖਦੇ ਹਾਂ ਡਿਵਾਈਡ ਹੁੰਦਾ ਹੈ, ਯੈਸ, फिर 5 ਨਾਲ डिवाइड ਹੁੰਦਾ है। 5 इज अ प्राइम नंबर, सो वी स्टॉप हियर। यह हो गया प्राइम फैक्टराइजेशन ऑफ 75। हम 3 ना करिए, सो 3 to the 6, 3 3 to the 9, 23। और कोई प्राइम फैक्टराइजेशन नहीं हो सकता बिकॉज 23 इज आल्सो अ प्राइम नंबर। यह प्राइम फैक्टराइजेशन हो गया। हुण HCF इज इक्वल टू प्रोडक्ट ऑफ कॉमन फैक्टर्स। हुण कॉमन फैक्टर किहड़ा है इत्थे, ओनली 3 इज कॉमन, सो प्रोडक्ट ऑफ कॉमन फैक्टर इज इक्वल टू 3 बिकॉज ओनली 3 इज देयर, एक ही कॉमन है। सो 3 ਨੂੰ ਕਿਸੇ ਨਾਲ ਗੁਣਾ ਨਹੀਂ ਕਰਨਾ। 5 ਇੱਥੇ ਹੈਗੇ 2 5 ਇੱਥੇ ਕੋਈ ਨਹੀਂ ਹੈਗਾ, ਇੱਥੇ 23 ਹੈਗਾ, ਇੱਥੇ 23 ਨਹੀਂ ਹੈਗਾ। ਸੋ 3 इज ओनली कॉमन, सो ਸਾਡਾ ਆ ਗਿਆ HCF इज इक्वल टू 3। Thus 3 kg is the maximum value of weight which can measure the weight of the fertilizer exact number of times। ਇਹ दूसरा मेथड सी। ठीक है, आगे चलिए क्वेश्चन नंबर 2। 3 boys step off। step off मैंने कदम पुटदे ने, कदम चलना शुरू करते हैं। ठीक है, फ्रॉम दी सेम स्पॉट, इको थां तो इको पॉइंट तो। देयर स्टेप्स मेजर 63 सेंटीमीटर, 70 सेंटीमीटर एंड 77 सेंटीमीटर। दोनों की लांघ जी है वो पुटते हैं, उन्होंने जो कदम है वो डायमेंशन से है, इन्ने लंबे ने रिस्पैक्टिवली। ठीक है, क्रमवार। वट इज़ द मिनीमम डिस्टेंस, जिथे बच्चों का मिनीमम ये मतलब कि LCM, मैक्सीमम जिथे आ जाए HCF, मिनीमम जिथे आ जाए LCM। So distance each should cover so that all can cover the distance in complete steps। ठीक है, the distance covered by each of the boy is to be same। minimum distance है ना, इको distance तिना ने कवर करना है, as well as minimum भी कवर करना है। ये मतलब की होया, thus the required distance would be the LCM of their steps। So thus the LCM of 63, 70 and 77 centimeter is, अब देखिए LCM by prime factorization। So 63 का prime factorization किया, 3 दूनी 6, 3 एकम 3, 3 सत्ते 21, 7 is a prime number, so we stop here। फिर 2 3 का 6, 2 5 का 10, 5 7 35, so ये भी आ गया टोडा 7 is a prime number, so इत्थे stop हो गया। So 7 एकम 7, 11 भी prime number, इत्थे stop हो गया। ਹੁਣ LCM ਕੀ ਹੁੰਦਾ ਬੱਚਿਓ ਪ੍ਰਾਈਮ ਫੈਕਟਰਾਈਜੇਸ਼ਨ ਵਿੱਚ? LCM is product of every factor
काउंटेड मैक्सिमम नंबर ऑफ टाइम्स। इतने देखो 3 एक बार आया, 2 बार आया 3, सो 3 × 3 कर दो। 2 कितनी बार आया, एक बार आया, सो 2 एक बार आ गया। 5 कितनी बार आया मैक्सिमम, एक बार आया, एक बार 5 आ गया। 7 कितनी बार आया, इतने एक बार, इतने भी एक बार, सो 7 एक बार आया, सो वंस। 11 एक बार आया। सो ऑल द फैक्टर्स वी हैव टेकन, सिर्फ जो 3 सीगा बच्चों वो 2 बार आया सीगा। सो वी हैव टू टेक एवरी फैक्टर काउंटेड मैक्सिमम नंबर ऑफ टाइम। सो आ जाएगा LCM। ਇਹਨੂੰ ਜਿਹੜੇ ਗੁਣਾ ਕੀਤਾ, ਮਲਟੀਪਲਾਈ ਕੀਤਾ, ਸਾਡੇ ਕੋਲ ਆ ਗਿਆ 6930 सेंटीमीटर and that is the answer. Thus 6930 centimeter is the minimum distance they can cover in complete steps. ਇਹਨੂੰ ਦੂਜੇ ਮੈਥਡ ਨਾਲ ਵੀ ਕਰ ਲੈਂਦੇ ਆ, ਜਿਹੜਾ ਨਾਰਮਲ ਗ੍ਰਿਡ ਮੈਥਡ ਹੈਗਾ LCM ਦਾ। ਓਕੇ, ਸੈਕਿੰਡ ਮੈਥਡ LCM ਬਾਈ ਗ੍ਰਿਡ। ਇਹ ਤਾਂ ਲਿਖ ਲਏ ਬੱਚੇ, ਸਾਰੇ ਨੰਬਰ ਲਿਖ ਲਏ 63 70 77। ਸੋ ਸਭ ਤੋਂ ਛੋਟੇ ਨੰਬਰ ਤੋਂ ਸ਼ੁਰੂ ਕਰਨਾ, ਪਹਿਲੇ 2 ਤੋਂ ਸ਼ੁਰੂ ਕੀਤਾ, ਇਹ ਆ ਗਿਆ 63, 2 ਨਾਲ ਭਾਗ ਨਹੀਂ ਹੁੰਦਾ, 70 35 ਆ ਗਿਆ, ਫਿਰ 77। ਹੁਣ all are odd numbers, they are not divisible by 2। ਸੋ 3 ਦੇ ਨਾਲ ਸ਼ੁਰੂ ਕਰਦੇ ਹਾਂ, 3 2 6, 3 × 3, 35 3 ਨਾਲ ਭਾਗ ਨਹੀਂ ਹੁੰਦਾ, 77 ਵੀ ਨਹੀਂ ਹੁੰਦਾ। 21 3 ਨਾਲ ਭਾਗ ਹੋ ਜਾਂਦਾ, ਫਿਰ 3 ਨਾਲ ਕਰੀਏ, 3 7 21, 35 77। ਜਿਹੜਾ ਭਾਗ ਨਹੀਂ ਹੁੰਦਾ ਉਹਨੂੰ ਉਸ ਤਰ੍ਹਾਂ ਲਿਖ ਦੇਣਾ। ਫਿਰ 3 ਤੋਂ ਬਾਅਦ ਆ ਗਿਆ 5, ਮਤਲਬ ਅਸੀਂ ਇਹ 2 ਨਾਲ ਤੇ ਕਰ ਹੀ ਚੁੱਕੇ ਹਾਂ, ਸੋ 4 ਦੇ ਨਾਲ ਨਹੀਂ ਕਰਨਾ, ਅਸੀਂ ਸਿਰਫ ਪ੍ਰਾਈਮ ਨੰਬਰ ਲੈਣੇ ਨੇ, ਠੀਕ ਹੈ। ਸੋ ਉਸ ਦਾ 5 ਆ ਗਿਆ, 7 5 ਨਾਲ ਭਾਗ ਨਹੀਂ ਹੁੰਦਾ, 5 7 35, 77 ਵੀ ਨਹੀਂ ਹੁੰਦਾ। ਹੁਣ 7 ਨਾਲ ਕਰਾਂਗੇ, ਸੋ ਆ ਗਿਆ 7 × 7, 7 × 7, 7 × 11 ਆ ਗਿਆ। ਹੁਣ 11 ਨਾਲ ਕਰਾਂਗੇ, 11। ਸੋ ਇੱਥੇ ਜਦ ਤੱਕ ਕਰਦੇ ਰਹਿਣਾ, ਜਦ ਤੱਕ ਸਾਰੀ ਜਗ੍ਹਾ ਇੱਕ ਇੱਕ ਆ ਜਾਏ। ਸੋ ਇਨ ਸਾਰਿਆਂ ਨੂੰ ਗੁਣਾ ਕਰ ਦੇਣਾ ਹੈ, ਆ ਗਿਆ LCM। ਸੋ LCM is 2 × 3, 2 × 3 × 3 × 5 × 7 × 11। ਇਹ ਜਿਹੜੇ ਮਲਟੀਪਲਾਈ ਕੀਤਾ, ਸੇਮ ਆਂਸਰ ਆ ਗਿਆ 6930 ਸੈਂਟੀਮੀਟਰ is equal to the minimum distance they can cover in complete steps। ਇਹ ਸਾਡਾ ਆ ਗਿਆ ਆਂਸਰ। ਅੱਗੇ ਚਲਿਏ, question number 3। The length, breadth and height of a room are 825 centimeter, 670 centimeter and 450 centimeter respectively। Find the longest। देखो longest आ गया ना बच्चों, longest, highest, maximum, ਇਹਦਾ ਮਤਲਬ ਕੀ ਹੈਗਾ HCF, ठीक है। So longest tape which can measure the 3 dimensions of the roof exactly। exactly मतलब कि पूरी तरह भाग करना चाहिए ਤੇ ਵੱਡੀ ਤੋਂ ਵੱਡੀ ਹੋਣੀ ਚਾਹੀਦੀ ਹੈ, ਇਹਦਾ ਮਤਲਬ HCF ਹੋਏਗਾ। ਸੋ ਇਹਨੂੰ ਪਹਿਲੇ ਇਦਾਂ ਲਿਖ ਲੈਣਾ, for measuring the 3 dimensions exactly the tape has to be an exact divisor of the given dimension। ठीक है, tape ਦਾ ਮਤਲਬ tapes length, ਇੱਥੇ ਤਾਂ ਲਿਖ ਲਓ the length of the tape, यहाँ लिख लो tapes length, यहाँ लिख लो length of the tape, मैं तो लिखना भूल गया, ठीक है। has to be an exact divisor of the given dimensions, as the tape has to be the longest possible। This means that the tape length will be the HCF of 825, 675 and 450। आओ ਇਹਦਾ ਹੁਣ HCF ਲੱਭੀ ਹੈ। प्राइम फैक्टराइजेशन करांगे सारिਆਂ ਦਾ। 825 ਦਾ प्राइम फैक्टराइजेशन है, हो गया बच्चों 3 5 11, ਇਹਦਾ ਆ ਗਿਆ 3 3 3 3 5 5, ਇਹਦਾ ਆ ਗਿਆ 2 3 3 3, ਇਹ ਪ੍ਰਾਈਮ ਫੈਕਟਰਾਈਜੇਸ਼ਨ ਹੋ ਗਿਆ। ਹੁਣ HCF is equal to product of common factors। ਹੁਣ ਦੇਖੋ ਬੱਚਿਓ 3 ਕਿੰਨੀ ਵਾਰ ਆਇਆ, ਇੱਕ ਵਾਰ ਇੱਥੇ ਆਇਆ, ਇੱਥੇ 3 ਵਾਰ ਆ ਗਿਆ, ਇੱਥੇ 3 ਵਾਰ, ਇੱਥੇ 2 ਵਾਰ ਆ ਗਿਆ। ਸੋ ਇੱਕ ਵਾਰੀ ਕਾਮਨਲੀ ਆਇਆ, ਸੋ ਇੱਕ 3 ਆ ਗਿਆ, ਠੀਕ ਹੈ। ਇੱਥੇ 2 5s ਆ ਗਏ, 1 और 2, ਇੱਥੇ ਵੀ 2 5s ਆ ਗਏ, ਇੱਥੇ ਵੀ 2 5s ਆ ਗਏ। ਸੋ 2 5s are common, so 3 × 5 × 5। ਸੋ 5 5 25, 25 3 75, 5 × 5 25, 25 × 3 75 आंसर आ गया। Thus the length of the longest tape required for measuring exactly the 3 dimensions is equal to 75 centimeter। 75 सेंटीमीटर ਦੀ ਲੰਬਾਈ ਦੀ ਟੇਪ ਹੋਣੀ ਚਾਹੀਦੀ ਹੈ, ਜੋ ਲੰਬਾਈ ਚੌੜਾਈ ਉਚਾਈ ਉਸ ਕਮਰੇ ਦੀ ਨੂੰ ਪੂਰੀ ਤਰ੍ਹਾਂ ਐਗਜ਼ੈਕਟਲੀ ਨਾਪਣ ਵਿੱਚ ਸਮਰੱਥ ਹੋਏਗੀ। ਇਟ ਵਿਲ ਬੀ ਏਬਲ टू मेजर ऑल द 3 dimensions exactly। ठीक है, आगे चलिए। क्वेश्चन नंबर 4। Determine the smallest 3-digit number which is exactly divisible by 6, 8 and 12। ਹੁਣ ਇਹਨੂੰ ਇਦਾਂ ਲਿਖਣਾ ਬੱਚੇ ਸਟਾਰਟਿੰਗ 'ਚ, being divisible by 6, 8 and 12 means being divisible by the LCM of 6, 8 and 12। ਹੁਣ ਬੱਚੋ ਯਾਦ ਕਰੋ ਜੋ ਤੁਹਾਨੂੰ ਮੈਂ ਸਟਾਰਟਿੰਗ 'ਚ ਕਿਹਾ ਸੀਗਾ, ਰਿਮੈਂਬਰ, ਯਾਦ ਰੱਖੋ ਕੀ ਕਿਹਾ ਸੀਗਾ। If a number is divisible by 2 or more numbers,
it will be divisible by their LCM। ठीक है, वही गल मैं इत्थे लिखी है, being divisible by 6, 8 and 12 means being divisible by the LCM of 6, 8 and 12। अर्थात कोई संख्या 6, 8 और 12 ਤਿੰਨਾਂ ਨਾਲ ਭਾਗ ਹੋ ਜਾਂਦੀ ਹੈ ਤੇ ਇਹਦਾ ਮਤਲਬ ਕਿ ਉਹ 6, 8 ਅਤੇ 12 ਦੇ ਲਘੁੱਤਮ ਨਾਲ ਵੀ ਭਾਗ ਹੋ ਜਾਏਗੀ। ਠੀਕ ਹੈ, ਇਹ ਗੱਲ ਪੰਜਾਬੀ ਮੀਡੀਅਮ ਵਾਲੇ ਬੱਚੇ ਵੀ ਇਸ ਤਰ੍ਹਾਂ ਲਿਖ ਲੈਣ ਤੇ ਇਹਨੂੰ ਚੰਗੀ ਤਰ੍ਹਾਂ ਸਮਝ ਲੈਣ। ਆਓ ਹੁਣ ਇਹਦਾ LCM ਕੱਢੀਏ। ਗ੍ਰਿਡ ਮੈਥਡ ਦੇ ਨਾਲ ਇਹਦਾ ਲਿਖ ਲਿਆ 6, 8, 12, 2 ਤੋਂ ਸ਼ੁਰੂ ਕੀਤਾ, 2 3 6, 2 4 8, 2 6 12, ਫਿਰ 2 ਤੋਂ ਸ਼ੁਰੂ ਕੀਤਾ, 3 ਦਾ 3 ਰਹਿ ਗਿਆ, 2 2 4, 2 3 6, ਫਿਰ 2 ਤੋਂ ਸ਼ੁਰੂ ਕੀਤਾ, 3 ਤੇ ਇੱਥੇ 1 ਤੇ ਇੱਥੇ 3, ਫਿਰ 3 ਤੋਂ ਕੀਤਾ, 3 × 3 3, 1 ਦਾ 1, 3 × 3, ਸਾਰੇ ਇੱਕ ਆ ਗਏ ਇੱਥੇ, all ones are here, so we multiply all these numbers together and that is LCM। thus LCM is equal to 2 × 2 × 2 × 3, 2 दूनी 4 दूनी 8 दी 24। ठीक है, आओ देखिए ਹੁਣ ਇਹਦਾ ਅਗਲਾ ਪਾਰਟ। ਹੁਣ ਅਸੀਂ ਜਾਣਦੇ ਨਾਓ ਦੀ ਸਮੋਲੈਸਟ 3 ਡਿਜਿਟ ਨੰਬਰ ਇਜ਼ 100। ਇਹ ਤਾਂ ਸਾਨੂੰ ਪਤਾ ਹੈ। ਉਹਨਾਂ ਨੇ ਕੀ ਕਿਹਾ ਬੱਚਿਓ ਕਿ ਫਾਈਂਡ ਦੀ ਸਮੋਲੈਸਟ 3 ਡਿਜਿਟ ਨੰਬਰ ਐਗਜ਼ੈਕਟਲੀ ਡਿਵੀਜ਼ੀਬਲ ਬਾਈ ਆਲ ਦੋਸ 3 ਨੰਬਰਸ। ਠੀਕ ਹੈ, ਤੇ ਅਸੀਂ ਇਹਦਾ ਮਤਲਬ ਕੀ ਹੈਗਾ ਵਿਚ ਇਜ਼ ਐਗਜ਼ੈਕਟਲੀ ਡਿਵੀਜ਼ੀਬਲ ਬਾਈ 24। ਹੁਣ ਅਸੀਂ ਇੱਕ ਇੱਕ ਕਰਕੇ ਨਹੀਂ ਕਰਾਂਗੇ ਕਿਉਂਕਿ ਅਸੀਂ ਸਟੇਟਮੈਂਟ ਲਿਖ ਦਿੱਤੀ ਹੈ if number is divisible by 2 or more numbers then it will be also divisible by their LCM। से साढ़े को LCM है 24। so smallest number 3 digit दा है 100। ਹੁਣ ਅਸੀਂ dividing 100 by 24 ਕਰਾਂਗੇ। so 100 ਨੂੰ ਜਿਹੜਾ 24 ਨਾਲ ਡਿਵਾਈਡ ਕੀਤਾ 4 4 ਦਾ 16, 4 2 ਦਾ 8, 1 carry 9, 96, 4 रिमाइंडर आ गया। ਇਹਦਾ ਮਤਲਬ ਕੀ ਹੋਇਆ ਕਿ 96 is exactly divisible by 24। ठीक है, but 96 is 2 digit number, so thus 96 is the largest 2 digit number divisible by 24। पर सानू 3 digit number चाहिए, therefore the next number divisible by 24 will be 96 plus 24 is equal to 120। आंसर आ गया। ठीक है ना बच्चों, पहाड़ा हो गया ना। it is 25 24 ਦਾ ਅਸੀਂ ਕਿਸ ਤਰ੍ਹਾਂ ਟੇਬਲ ਕਾਊਂਟ ਕਰ ਰਹੇ ਹਾਂ। अगर 96 24 ਨਾਲ divisible है ਤੇ ਨੈਕਸਟ ਨੰਬਰ 24 ਨਾਲ ਜਿਹੜਾ ਡਿਵੀਜ਼ੀਬਲ ਹੋਏਗਾ ਉਹ ਕਿਹੜਾ ਹੋਏਗਾ, ਅਸੀਂ 96 ਵਿੱਚ 24 ਐਡ ਕਰ ਦਾਂਗੇ ਤੇ 24 ਐਡ ਕੀਤਾ ਤੇ 120 ਆ ਗਿਆ। which is the smallest 3 digit 1 2 3 3 digit ਹੋ ਗਏ ਨਾ। it is the smallest 3 digit number excuse me which is divisible by 24 which means which is divisible by 6 8 and 12। देखो 120 by 12 12 1 12 0 ਦਾ 0 10 ਆ ਗਿਆ। 8 ਨਾ ਦੇਖੋ 8 1 ਦਾ 8 4 रिमाइंडर 4 ਥੱਲੇ ਆਏਗਾ 40 8 5 40। ठीक है, 6 6 दूनी 12 0 ਦਾ 0 ਭਾਗ ਹੋ ਜਾਂਦਾ, ਚੈੱਕ ਕਰ ਲਿਆ। ठीक है, ਅੱਗੇ चलिए। क्वेश्चन नंबर 5 डिटरमिन द ग्रेटेस्ट 3 डिजिट नंबर एग्जैक्टली डिविजिबल बाय 8 10 and 12। फिर वही गल लिखनी है being exactly divisible by 8 10 and 12 means being exactly divisible by LCM of 8 10 and 12। so the 8 10 12 लिखिया, 2 चौक 8 2 5 10 2 6 12, फिर 2 दूनी 4 5 दा 5 2 3 6, फिर 2 1 2 5 3 3 1 5 3 1 दा 3, फिर 5 1 1 1। so LCM आ गया 2 into 2 into 2 into 3 into 5 is equal to 120। so LCM of 8 10 and 12 is 120। अब आगे देखिए। ओके, नाउ द ग्रेटेस्ट 3 डिजिट नंबर इज 999। ठीक है, सो डिवाइडिंग 999 में 120 जो एलसीएम आया उन्हें डिवाइड करांगे। वी हैव 120 इथे, सो 999 8 ना डिवाइड होता है। सो 800 8 2 दा 16 8 1 दा 8 plus 1 9, so 39 आ गया रिमाइंडर। इट मींस 960 is the largest 3 digit number divisible by 120। so 120 का मतलब क्या है, therefore the greatest 3 digit number which is exactly divisible by 8 10 and 12 is 960। ठीक है बच्चों, आगे चलिए। क्वेश्चन नंबर 6 the traffic lights at 3 different road crossings। सड़क दे 3 ਵੱਖਰੇ ਵੱਖਰੇ ਚੌਂਕ जिते ट्रैफिक लाइट लगी हुई है, they change after every 48 seconds 72 seconds and 108 seconds respectively if they change simultaneously at 7 AM। जो 7 ਵਜੇ ਸਾਰੇ ਇਕੱਠੇ ਸ਼ੁਰੂ ਹੁੰਦੇ ਨੇ
ਇਹ ਬੱਚਿਓ ਉसी तरह ਦਾ ਸਵਾਲ ਹੈ ਜਿਸ ਤਰ੍ਹਾਂ ਦਾ ਸਵਾਲ ਅਸੀਂ ਕੀਤਾ ਸੀ ਨਾ 3 ਬॉयਜ਼ ਉਹ ਦੇ ਸਟਾਰਟ ਸਟੈਪ ਆਫ ਇੱਕੋ ਸਟੈਪ ਤੋਂ ਚੱਲਦੇ ਨੇ ਤੇ ਉਹਨਾਂ ਦੀ ਲਾਂਗ ਅਲੱਗ-ਅਲੱਗ ਹੈਗੀ ਹੈ ਤੇ ਕਿੱਥੇ ਜਾ ਕੇ ਉਹ ਤਿੰਨੋਂ ਜਿਹੜੇ ਨੇ ਇੱਕੋ ਜਿਹਾ ਡਿਸਟੈਂਸ ਕਵਰ ਕਰਨਗੇ, ਠੀਕ ਹੈ ਨਾ, ਤੇ ਤਾਂ ਕਿ ਪੂਰੇ ਸਟੈਪ ਉਹਨਾਂ ਦੇ ਆਣ। ਸੋ ਇਹ ਬੱਚੋ ਉसी ਕਿਸਮ ਦਾ ਸਵਾਲ ਹੈਗਾ। ਸੋ ਇਫ ਦੇ ਚੇਂਜ ਸਾਈਮਲਟੇਨੀਅਸਲੀ ਐਟ 7 AM at what time will they change simultaneously again, ਮਤਲਬ ਉਸ ਤੋਂ ਬਾਅਦ ਉਹਦਾ ਮਤਲਬ ਮਿਨੀਮਮ ਉਸ ਤੋਂ ਬਾਅਦ ਦੁਬਾਰਾ ਕਦੋਂ ਇਕੱਠੇ ਹੋਣਗੇ। ਇਹਦਾ ਮਤਲਬ ਇਕੱਠੀਆਂ ਲਾਈਟਾਂ ਜਗਣਗੀਆਂ, ਠੀਕ ਹੈ, ਕਿਉਂਕਿ ਸਟਾਰਟ ਤੇ ਹੋ ਗਈਆਂ ਹੁਣ ਇਹ 48 ਸੈਕਿੰਡ ਬਾਅਦ 72 ਔਰ 108 ਸੈਕਿੰਡ ਬਾਅਦ ਚੇਂਜ ਹੋ ਰਹੀਆਂ ਤੇ ਕਹਿੰਦੇ ਉਹ ਦੁਬਾਰਾ ਇਕੱਠੀਆਂ ਕਦੋਂ ਬੰਦ ਹੋ ਕੇ ਸਟਾਰਟ ਹੋਣਗੀਆਂ ਦੁਬਾਰਾ, ਠੀਕ ਹੈ। They will change simultaneously again after an interval of time which is LCM of 48, 72 and 108। ਤਿੰਨਾਂ ਦਾ ਲਘੁੱਤਮ ਜੋ ਆਏਗਾ that will be the time interval, ठीक है। आओ देखिए ਹੁਣ ਕਿਸ ਤਰ੍ਹਾਂ ਕਰਨਾ ਅੱਗੇ ਨੂੰ। So now LCM of 48, 72 and 108 is okay। ਇਹ ਸਾਡਾ ਬੱਚੋ LCM ਦਾ ਗ੍ਰਿਡ ਬਣ ਗਈ। ਇੱਥੇ ਲਿਖ ਲਿਆ 48, 72, 108। 2 ਤੋਂ ਸ਼ੁਰੂ ਕੀਤਾ, ਜਦ ਤੱਕ 2 ਨਾ ਸਾਰਾ ਹੋ ਨਹੀਂ ਜਾਂਦਾ ਕਰੀ ਜਾਣਾ ਜਿੰਨੇ ਵੀ ਹੁੰਦੇ ਨੇ। 24 ਆ ਗਿਆ, 36 ਆ ਗਿਆ, 54 ਆ ਗਿਆ, ਫਿਰ ਇੱਥੇ 12 ਆ ਗਿਆ, 18 ਆ ਗਿਆ, 27 ਆ ਗਿਆ, ਫਿਰ 2 ਦਾ ਵੀ ਇੱਥੇ 6 ਆ ਗਿਆ, ਇੱਥੇ 9 ਆ ਗਿਆ, ਇੱਥੇ 27 ਦਾ 27 ਰਹੇਗਾ। ਫਿਰ 2 ਨਾਲ ਕੀਤਾ, ਇੱਥੇ 3 ਆ ਗਿਆ, 9 ਆ ਗਿਆ, 27। ਹੁਣ ਕੋਈ ਵੀ 2 ਦੇ ਨਾਲ ਨਹੀਂ ਜਾਂਦਾ। ਸੋ 3 ਦੇ ਨਾਲ ਸ਼ੁਰੂ ਕਰਾਂਗੇ, 3 ਏਕਮ 3, 3 ਤੀਆ 9, 3 ਨੀਮ 27। ਫਿਰ 3 ਨਾਲ ਸ਼ੁਰੂ ਕਰਾਂਗੇ, ਇੱਕ ਦਾ ਹੀ ਕਰੇਗਾ, 3 ਏਕਮ 3, 3 ਤੀਆ 9। ਫਿਰ 3 ਨਾਲ ਕਰਾਂਗੇ 1 1 1, ਸਾਰਾ LCM ਸਾਡਾ ਹੋ ਗਿਆ। ਸੋ ਵੀ ਮਲਟੀਪਲਾਈ all these numbers। So LCM is equal to 2 into 2 into 2 into 2 into 3 into 3 into 3। ਇਹ ਆ ਗਿਆ ਸਾਡਾ ਆਂਸਰ 432। ਬਟ ਇਟ ਇਜ਼ ਹਾਫ ਦਾ ਕੁਐਸਚਨ ਡਨ, ਹਾਲੇ ਪੂਰਾ ਨਹੀਂ ਹੋਇਆ। ਆਓ ਅੱਗੇ ਦੇਖੀਏ ਇਹਨੂੰ ਪੂਰਾ ਕਿਵੇਂ ਕਰਨਾ ਹੈ। ਸੋ 432 ਸਾਡਾ ਆ ਗਿਆ LCM। Thus LCM is equal to 432 seconds because all those figures were in seconds. So answer also is in seconds. Thus lights will change simultaneously after 432 seconds. But we know that 60 seconds is equal to 1 minute. So ਅਸੀਂ ਕੀ ਕਰਾਂਗੇ ਹੁਣ 60 seconds ਨੂੰ ਮਿੰਟ ਵਿੱਚ ਕਨਵਰਟ ਕਰਾਂਗੇ। So we divide by 60। So 7 ਦੇ ਨਾਲ ਐਗਜ਼ੈਕਟ ਡਿਵਾਈਡ ਹੋ ਗਿਆ 420 ਤੇ ਰਿਮਾਈਂਡਰ ਆ ਗਿਆ 12। It means 432 seconds is equal to 7 minutes and 12 seconds। अर्थात 7 मिनट बाद ਤੇ 12 ਸਕਿੰਟ ਬਾਅਦ ਉਹ ਦੁਬਾਰਾ ਲਾਈਟਾਂ ਇਕੱਠੀਆਂ ਜਲਣਗੀਆਂ। ਤੇ ਇਹ ਪਿਛਲੀ ਵਾਰ ਉਹ ਸਵਾਲ ਵਿੱਚ ਕੀ ਸੀਗਾ ਕਿ they had started off at 7 AM। ਸੋ ਆ ਗਿਆ, ਸੋ ਆਨਸਰ ਆ ਗਿਆ 10 lights will change simultaneously at 7 minutes 12 seconds past 7 AM। ਮਤਲਬ ਪਹਿਲੇ ਲਾਈਟ ਸਾਈਮਲਟੇਨੀਅਸਲੀ ਜਿਹੜੀਆਂ ਸੀ 7 ਵਜੇ ਤੇ ਦੁਬਾਰਾ ਉਸ ਤੋਂ ਬਾਅਦ ਸਾਈਮਲਟੇਨੀਅਸਲੀ ਜਲਣਗੀਆਂ 7:07 ਤੇ 12 ਸੈਕਿੰਡ ਤੇ, ਠੀਕ ਹੈ। ਆਓ ਅੱਗੇ ਚਲੀਏ। ਕੁਐਸਚਨ ਨੰਬਰ 3। 3 tankers contain 403 liters, 434 liters and 465 liters of diesel respectively। Find the maximum। ਆ ਦੇਖੋ ਜੀ ਮੈਕਸਿਮਮ ਆ ਗਿਆ ਨਾ, ਮੈਕਸਿਮਮ ਕੀ ਸਾਨੂੰ ਹਿੰਟ ਮਿਲ ਜਾਣੀ ਚਾਹੀਦੀ ਕਿ HCF ਦੀ ਗੱਲ ਹੋਏਗੀ। Capacity of a container that can measure the diesel of the 3 containers exact number of times। Exact number of time is exact divisor। Exact divisor ਦਾ ਮਤਲਬ ਫੈਕਟਰ, ਮੈਕਸਿਮਮ ਫੈਕਟਰ ਮੈਨੇ HCF ਹਾਈਐਸਟ ਕਾਮਨ ਫੈਕਟਰ। ਇਹ ਸਵਾਲ ਬੱਚਿਓ ਸਿਰਫ ਬਿਲਕੁਲ ਉਸੇ ਤਰ੍ਹਾਂ ਦਾ ਹੈ ਜਿਹੜਾ ਸਟਾਰਟਿੰਗ 'ਚ ਪਹਿਲਾ ਸਵਾਲ ਸੀ ਫਰਟੀਲਾਈਜ਼ਰ ਵਾਲਾ। ਉਹ ਕਿਲੋ ਵਿੱਚ ਸੀਗਾ ਤੇ ਕਹਿੰਦੇ ਕਿੰਨਾ weight ਚਾਹੀਦਾ ਹੈ which will measure exactly। ਇੱਥੇ ਲੀਟਰ ਵਿੱਚ ਹੈਗਾ तो ਕਿਹੜਾ ਕੰਟੇਨਰ ਹੈਗਾ which will measure the diesel exact number of times। so ਇਹ ਸਵਾਲ ਦਾ ਵੀ ਇਦਾਂ ਹੀ ਲਿਖਣਾ ਸਟਾਰਟਿੰਗ 'ਚ the capacity of the container has to be an exact divisor of the capacity of each tanker and the capacity has to be maximum too। ਮਤਲਬ ਕਿ ਮੈਕਸਿਮਮ ਵੀ ਹੋਣੀ ਚਾਹੀਦੀ ਹੈ ਤੇ ਐਗਜ਼ੈਕਟ ਵੀ ਹੋਣੀ ਚਾਹੀਦੀ ਹੈ। 10 ਇੱਥੇ 10 ਨਹੀਂ ਬੱਚੋ, ਇੱਥੇ ਆਈ ਆਣਾ ਸੀ this means। ਸਪੈਲਿੰਗ ਮਿਸਟੇਕ ਹੋ ਗਈ ਮੇਰੇ ਕੋਲ, ਇਹ 10 ਨਹੀਂ ਆਏਗਾ, ਇੱਥੇ THI ਲਿਖ ਲਓ, ਠੀਕ ਹੈ, I ਕਰ ਦੇਣਾ। This means that the capacity of the required container will be the HCF of 403, 434 and 465। So आओ देखिए, ਅਸੀਂ ਕਰ ਦਿੱਤਾ ਪ੍ਰਾਈਮ ਫੈਕਟਰਾਈਜੇਸ਼ਨ 403 ਦਾ, ਕਿਉਂਕਿ ਇੱਕ ਨਾਲ ਨਹੀਂ ਜਾਂਦਾ, 2 ਨਾਲ ਨਹੀਂ ਜਾਂਦਾ, ਸਭ ਤੋਂ ਛੋਟਾ ਪ੍ਰਾਈਮ ਨੰਬਰ ਹੈਗਾ 13 ਹੈ। ਸੋ 13 × 31 4 and 3 ਆ ਗਿਆ। 434 ਈਵਨ ਨੰਬਰ ਹੈ, 2 ਤੋਂ ਜਾਏਗਾ ਪਹਿਲੇ, 217 ਫਿਰ 7 ਨਾਲ ਜਾਂਦਾ ਹੈ,
3 और 1 आ गया, फिर 3 ਦੇ ਨਾਲ ਜਾਂਦਾ, ਪਹਿਲੇ 3 ਨਾਲ ਭਾਗ ਹੋ ਗਿਆ, ਫਿਰ 5 ਨਾਲ ਜਾਂਦਾ ਤੇ 31 ਆ ਗਿਆ। ਹੁਣ ਬੱਚਾ ਦੇਖੋ 13 is not common, 31 is common, 5 is not common, 7 is not common। ਸੋ ਇਹ ਹੋ ਗਿਆ 403 ਦਾ ਪ੍ਰਾਈਮ ਫੈਕਟਰਾਈਜੇਸ਼ਨ, 434 ਦਾ ਪ੍ਰਾਈਮ ਫੈਕਟਰਾਈਜੇਸ਼ਨ, 465 ਦਾ ਪ੍ਰਾਈਮ ਫੈਕਟਰਾਈਜੇਸ਼ਨ। So 31 is the only number which is common to all the three figures. The common factor of 4 and 3, 434 and 465 is 31. Thus, capacity of the container that can measure the diesel of the three containers exact number of times is 31 liters. That is our answer. ठीक है, आगे चलिए। Question number 8. Find the least number which when divided by 6, 15 and 18, लीस्ट का मतलब बच्चों की हो गया, लीस्ट का मतलब हो गया LCM, दिमाग से रखना है थोड़ा जा। मैक्सिमम आने जिथे मैक्सिमम आ जाए, लॉन्गेस्ट आ जाए, हाईएस्ट आ जाए, हैवीएस्ट आ जाए, ब्रॉडेस्ट आ जाए, उत्थे होंदा है HCF। ते जिथे मिनिमम या फर्स्ट वन या इमीडिएटली आफ्टर नेक्स्ट, उत्थे ज़्यादातर होंदा है LCM। ठीक है, सो फाइंड द लीस्ट नंबर विच व्हेन डिवाइडेड बाय 6, 15 एंड 18। तुहानू पता बच्चों कि ਜਿਹੜਾ नंबर किसी भी तिना ਨਾਲ डिवाइड हो जाएगा वो LCM ਨਾਲ भी डिवाइड होगा। लीव रिमाइंडर 5 in each case। ठीक है, the least number exactly divisible by 6, 15 and 18 is the LCM of 6, 15 and 18। सिंपल। सो इत्थे कर लिया आपां। ठीक है बच्चों, LCM कर लिया आपां। 2 3 6 15 नहीं जाता, 2 नहीं 18, फिर 3 कम 3, 3 5 15, 3 3 9, फिर 3 इत्थे 1 1 5 कम 5। सो thus LCM of 6, 15 and 18 is 2 गुणा 3 गुणा 3 गुणा 5 इज इक्वल टू 90। आगे चलिए, ये सवाल पूरा नहीं होया। ओके, सो LCM ऑफ 6, 15 and 18 is 90। That is 90 is the least number exactly divisible by 6, 15 and 18। Therefore, the least number which when divided by 6, 15 and 18 to leave remainder 5 in each case will be 90 × 5 × 25। बस सिंपल, क्योंकि 5 रिमाइंडर आना है ਤੇ ਰਿਮਾਈਂਡਰ ਤਾਂ ਹੀ ਹੈਗਾ ਜੇ ਨੰਬਰ ਵੱਡਾ ਹੋਏਗਾ। ਸੋ 90 ਤੇ ਐਗਜ਼ੈਕਟਲੀ ਡਿਵੀਜ਼ੀਬਲ ਹੈਗਾ ਤੇ 5 ਰਿਮਾਈਂਡਰ ਇਨ ਈਚ ਕੇਸ ਤੇ 5 ਐਡ ਕਰ ਦੋ ਤੇ 95 ਆ ਗਿਆ। ਦੈਟ ਇਜ਼ ਦੀ ਆਨਸਰ। ਆਓ ਇਹਨੂੰ ਚੈੱਕ ਵੀ ਕਰ ਲਈਏ। ਓਕੇ, ਚੈੱਕ ਕਰ ਲਿਆ। ਦੇਖੋ 6 ਦੇ ਨਾਲ ਭਾਗ ਕੀਤਾ ਜਿਲੇ 6 ਹੁੰਦਾ 6, 3 ਆ ਗਿਆ 5, 6 5 30, 5 ਰਿਮਾਈਂਡਰ ਆ ਗਿਆ। ਦੇਖੋ ਠੀਕ ਹੈ, ਫਿਰ 15 ਨਾਲ ਡਿਵਾਈਡ ਕਰਕੇ ਦੇਖ ਲਓ, 15 6 ਦਾ 90, ਫਿਰ 5 ਰਿਮਾਈਂਡਰ ਆ ਗਿਆ। ਸੋ ਆवर ਆਨਸਰ ਇਜ਼ ਕਰੈਕਟ। 18 ਦੇ ਨਾਲ ਡਿਵਾਈਡ ਕਰਕੇ ਦੇਖਿਆ, 18 5 ਦਾ 90, फिर 5 रिमाइंडर आ गया। सो अवर आंसर इज करैक्ट। सो ਜਿਹੜਾ ਬੱਚਿਓ ਜਦੋਂ ਇਹਦਾ ਆਵੇ ਕਿ ਇਟ ਵਿਲ ਲੀਵ ਅ ਰਿਮਾਈਂਡਰ ਸੋ ਐਂਡ ਸੋ, ਸੋ LCM ਕੱਢੋ ਤੇ ਜਿੰਨਾ ਰਿਮਾਈਂਡਰ ਕਿ ਆਣਾ ਚਾਹੀਦਾ ਉਹਨਾਂ ਰਿਮਾਈਂਡਰ LCM ਵਿੱਚ ਐਡ ਕਰ ਦਿਓ। ਦੈਟ ਵਿਲ ਬੀ ਦੀ ਆਨਸਰ। ਠੀਕ ਹੈ, ਓਕੇ। क्वेश्चन नंबर 9, फाइंड द स्मॉलेस्ट 4 डिजिट नंबर विच इज डिविजिबल बाय 18, 24 एंड 32। जिस तरह पहले सवाल किए ने उसी टाइप का। Being exactly divisible by 18, 24 and 32 means exactly divisible by their LCM। ओके, सो इस तरह करता सवाल। देखो बच्चों, ਇਹਦਾ LCM ਇਹਦਾ ਕਰ ਲਿਆ, मैं रिपीट नहीं करता, ਤੁਸੀਂ ਇਹਨੂੰ नोट डाउन कर लो ਤੇ चेक कर लो। सो ਇਹਦਾ LCM आ गया 288। ठीक है, ओके। ਹੁਣ ਦੀ smallest 4 digit number is 1000। ਸਾਨੂੰ smallest number चाहिए ना, ਤੇ 4 digit चाहिए ਤੇ 1000 आ गया। So dividing 1000 by 288 ਤੇ ਸਾਨੂੰ ਆ ਗਿਆ 864 is the largest 3 digit number which is exactly divisible by 288। देखो, so thus 864 is the largest 3 digit number divisible by 288। Therefore the next number divisible by 288 ਕਿਹੜਾ ਹੋ ਜਾਏਗਾ, ਉਸ 288 ਐਡ ਕਰ ਦੋ 1152। ਹੁਣ 1152 4 digit number ਹੋ ਗਿਆ। So thus the smallest 4 digit number which is exactly divisible by 18, 24 and 32 is 1152। प्यारे विद्यार्थियों, प्यारे बच्चों, ਇਹ ਸਵਾਲਾਂ ਨੂੰ ਤੁਸੀਂ ਜਦੋਂ 3-4 ਵਾਰ 5 ਵਾਰ ਆਪਣੇ ਆਪ ਕਰੋਗੇ ਤੇ ਤੁਹਾਡੇ ਮਾਈਂਡ ਵਿੱਚ ਇਹ ਕਨਸੈਪਟ ਬੈਠ ਜਾਏਗਾ। ਅਗਰ ਤੁਹਾਨੂੰ ਇਹ ਸਵਾਲ ਪਹਿਲੀ ਵਾਰ ਨਹੀਂ ਸਮਝ ਆਉਂਦਾ ਤੇ ਘਬਰਾਣਾ ਨਹੀਂ। ਜਦੋਂ ਮੈਂ ਛੋਟਾ ਸੀ ਮੇਰੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਸੀ, ਪਰ ਜਦੋਂ ਮੈਂ ਸਵਾਲ ਬਾਰ-ਬਾਰ ਕੀਤੇ, ਇੱਕ ਵਾਰ ਕਰੋ, 2 ਵਾਰ ਕਰੋ, ਫਿਰ ਇੱਕ ਦਿਨ ਛੱਡ ਕੇ ਫਿਰ ਦੁਬਾਰਾ ਕਰੋ, ਫਿਰ 4-5 ਦਿਨ ਦਾ ਗੈਪ ਦੇ ਕੇ ਫਿਰ ਦੁਬਾਰਾ ਕਰੋ ਤੇ 3-4 ਵਾਰ ਕਰਨ ਤੋਂ ਬਾਅਦ ਤੁਹਾਨੂੰ ਅੱਛੀ ਤਰ੍ਹਾਂ ਚੰਗੀ ਤਰ੍ਹਾਂ ਇਹ ਚੀਜ਼ ਸਮਝ ਆ ਜਾਏਗੀ। ਠੀਕ ਹੈ, ਓਕੇ ਚਲਿਏ। ਓਕੇ, क्वेश्चन नंबर 10। ਇਹਦੇ 4 ਪਾर्ट ਨੇ A B C D।
फाइंड दी LCM ऑफ द फॉलोइंग नंबर्स। ਇਹ ਬੱਚੋ ਸਿੰਪਲ ਸਵਾਲ ਨੇ, LCM ਤੁਸੀਂ ਪਹਿਲੇ ਵੀ ਕੀਤੇ ਨੇ, ਹੁਣ ਵੀ ਕਰਦੇ ਆ। ਇਹ ਇਸ ਕਰਕੇ ਇਹਨੇ ਕਰੋ ਸਾਰੇ, ਕਿਉਂਕਿ ਜਿੰਨੀ ਵਾਰ ਕਰੋਗੇ, ਗੁਣਾ ਕਰੋਗੇ, ਭਾਗ ਕਰੋਗੇ, ਗੁਣਾ ਕਰੋਗੇ, ਭਾਗ ਕਰੋਗੇ, ਤੁਹਾਡੇ ਮਾइंड ਵਿੱਚ ਇਹ ਸਾਰਾ ਨੰਬਰਾਂ ਦਾ ਸਿਸਟਮ ਬੈਠ ਜਾਏਗਾ ਤੇ ਤੁਹਾਡਾ ਕੌਨਫੀਡੈਂਸ ਲੈਵਲ ਵੱਧ ਜਾਏਗਾ, ਤੁਹਾਡਾ ਅਭਿਆਸ ਹੋਏਗਾ, ਤੁਹਾਡੀ ਪ੍ਰੈਕਟਿਸ ਹੋਏਗੀ। ਠੀਕ ਹੈ, ਪਰ ਇਹ 'ਚ ਇਹਨਾਂ ਨੇ ਖਾਸ ਗੱਲਾਂ ਕਹੀਆਂ। ਕਹਿੰਦੇ ਓਬਜ਼ਰਵ ਅ ਕਾਮਨ ਪ੍ਰੋਪਰਟੀ ਇਨ ਦੀ obtained LCMs। ਜਿਹੜੇ LCM ਪ੍ਰਾਪਤ ਹੁੰਦੇ ਨੇ ਉਹਨਾਂ ਵਿੱਚ ਕੋਈ ਸਾਂਝੀ ਗੱਲ ਦੇਖੋ। ठीक है, is LCM the product of two numbers in each case। ਹੁਣ ਬੱਚੇ ਮੈਂ ਸਟਾਰਟਿੰਗ ਯਾਦ ਕਰੋ ਮੈਂ ਕੀ ਕਿਹਾ ਸੀ, if the two numbers are co-prime then their LCM is equal to their product। ਹੁਣ ਦੇਖੋ 9 और 4 ਜਿਹੜਾ ਨਾ ਬੱਚੇ ਪਾਰਟ ਹੈ, 9 and 4 are co-prime, ਕਿਉਂਕਿ 4 9 ਨੂੰ ਪੂਰੀ ਤਰ੍ਹਾਂ ਭਾਗ ਨਹੀਂ ਕਰਦਾ, they are co-prime, ਇਹਨਾਂ ਦਾ ਕਾਮਨ ਫੈਕਟਰ 1 ਹੈ ਤੇ ਇਹਦਾ ਆਨਸਰ ਦੇਖੋ 36 ਆਏਗਾ, 9 4 ਦਾ 36। ਸੋ LCM ਲੈ ਲਿਆ, ਸੋ LCM is equal to 36 and product of two numbers is equal to 36। ਤੇ ਅਗਲੀ ਗੱਲ ਇਹਦੇ ਵਿੱਚ ਕੀ ਹੈ, ਹੁਣ ਤੁਸੀਂ ਦੇਖੋ ਇਹ 36 ਹੈ and 36 is divisible by 2, it is divisible by 3 also। ਠੀਕ ਹੈ, ਅੱਗੇ ਚੱਲ ਕੇ ਦੇਖੀਏ ਕਾਮਨ ਗੱਲ ਕਿਹੜੀ ਹੋਏਗੀ। ਹੁਣ ਆ ਗਿਆ ਬੱਚੋ ਪਾਰਟ B। ਹੁਣ ਹੈ LCM of 12 and 5, ਇਹਦਾ LCM ਕੱਢਣਾ ਹੈ। ਸੋ ਇਹਦਾ LCM ਕੀ ਆਏਗਾ, ਦੇਖੋ 12 and 5 are also co-prime number because 5 does not divide 12 exactly, ਕੋਈ ਫੈਕਟਰ ਬਣਦਾ ਹੀ ਨਹੀਂ ਹੈਗਾ। ਸੋ 1 is the common factor। सो ਇਹਦਾ LCM ਹੈਗਾ 12 into 5 60। ਇਹ ਦੇਖੋ LCM ਕਰਕੇ ਆ ਗਿਆ 60 and their product is also 60 and this 60 is also divisible by 3। ठीक है, ਇਹ ਹੋ ਗਿਆ। ਅੱਗੇ ਚਲੀਏ, ਅਗਲਾ ਆ ਗਿਆ 6 and 5। ਹੁਣ 6 and 5 are also co-prime numbers because 6 is not divisible by 5। ਸੋ ਇਹਦਾ LCM ਆਏਗਾ 6 5 30, 30 ਆਏਗਾ, ਦੇਖ ਲੈਣਾ। ਸੋ 2 3 3 ਹੈ, ਜਿੱਦਾਂ ਕਰਕੇ ਦੇਖਿਆ ਇਹ ਆ ਗਿਆ LCM ਤੇ 6 into 5 30 ਸੇਮ ਹੈਗਾ, ਦੇਖੋ thus product is equal to LCM। ਹੁਣ ਦੇਖिए पार्ट D ਹੈਗਾ 15 ਅਤੇ 4। अगेन 4 does not divide 15 exactly, कोई फैक्टर नहीं है common, so 1 is the only common factor, it means 15 and 4 are also co-prime। ਤੇ ਜਦੋਂ LCM ਲਾ ਕੇ ਅਸੀਂ ਗੁਣਾ ਕੀਤਾ ਤੇ ਆ ਗਿਆ 60 ਤੇ ਪ੍ਰੋਡਕਟ ਵੀ ਆ ਰਿਹਾ 60, thus product is equal to LCM। ਸੋ ਅਸੀਂ ਵਿੱਚ ਬੱਚਿਓ ਕੀ ਦੇਖਿਆ ਹੈ ਕਿ in each case the LCM is a multiple of 3, 30 ਸੀਗਾ, 36 ਸੀਗਾ, 60 ਸੀਗਾ, है ना। सो ये सारे एक तो कॉमन गल है देखिए कि ऑल द LCMs आर मल्टीपल्स ऑफ 3, पहली गल तो हैगी है। तो दूजी गल है देखिए वी नोटिस दैट LCM ऑफ टू co-prime numbers is equal to the product of the two numbers। ਇਹ ਉਹੀ ਗੱਲ ਹੈ ਜਿਹੜੀ ਗੱਲ ਮੈਂ ਤੁਹਾਨੂੰ ਸਟਾਰਟਿੰਗ 'ਚ ਕਹੀ ਸੀ, ਇਹਨੂੰ ਨੋਟ ਕਰ ਲਓ ਤੇ ਰੱਟਾ ਲਗਾ ਲਓ। ਇਹ ਗੱਲ ਬੜੀ ਹੀ ਇੰਪੋਰਟੈਂਟ ਹੈ, ਤੁਹਾਡੀ ਹਾਇਰ ਕਲਾਸਿਸ ਵਿੱਚ 7th 8th ਵਿੱਚ ਇਹ ਗੱਲਾਂ ਹਮੇਸ਼ਾ ਯੂਜ਼ ਹੁੰਦੀਆਂ ਰਹਿਣਗੀਆਂ। ਜਦੋਂ ਤੁਸੀਂ ਵੱਡੇ ਹੋ ਕੇ 10+2 ਤੋਂ ਬਾਅਦ ਕੋਈ ਕੰਪੀਟੀਸ਼ਨ ਦੇ ਪੇਪਰ ਦੋਗੇ, ਉੱਥੇ ਵੀ ਇਹ ਚੀਜ਼ਾਂ ਜ਼ਰੂਰ ਕੰਮ ਆਉਣਗੀਆਂ ਤੁਹਾਡੇ। ਠੀਕ ਹੈ ਬੱਚਿਓ, ਸੋ ਇਹ ਗੱਲ ਦੇਖੋ ਅਸੀਂ ਜੋ ਗੱਲ ਤੁਹਾਨੂੰ ਪਹਿਲੇ ਸਿਖਾਈ ਸੀ ਸਟਾਰਟਿੰਗ 'ਚ, ਉਹਦੇ 4 ਉਦਾਹਰਨਾਂ ਰਾਹੀਂ ਅਸੀਂ ਇਹ ਗੱਲ ਸਿੱਖ ਲਈਏ ਕਿ LCM of two co-prime numbers is equal to the product of the two numbers। ਅੱਗੇ ਚਲੀਏ, क्वेश्चन नंबर 11, फाइंड the LCM of the following numbers in which the one number is the factor of the other। ਇਹ ਦੇਖੋ 5 is factor of 20, 5 ਚੌਕੇ 20, 6 is factor of 18, 6 3 ਦਾ 18, 12 is factor of 48, 12 4 ਦਾ 48, 9 is factor of 45, 9 5 ਦਾ 45। so these numbers are not co-prime, ਬਲਕਿ ਇਹ ਜਿਹੜਾ ਇੱਕ ਨੰਬਰ ਹੈ ਇਹ ਦੂਸਰੇ ਦਾ ਕੀ ਹੈਗਾ ਬੱਚਿਓ, ਇਹ ਦੂਸਰੇ ਦਾ ਕੀ ਹੈਗਾ, ਉਹ ਹੈਗਾ ਕੀ ਕਹਿੰਦੇ ਆਪਣਾ ਫੈਕਟਰ ਹੈਗਾ। ਠੀਕ ਹੈ, ਸੋ ਇਹਦੇ ਵਿੱਚ ਕਾਮਨ ਫੈਕਟਰ 1 ਨਹੀਂ ਹੈਗਾ, ਕਾਮਨ ਫੈਕਟਰ ਕੁਝ ਹੋਰ ਵੀ ਹੈਗਾ, 5 ਵੀ ਹੈਗਾ ਇੱਥੇ, ਇਹਦੇ ਵਿੱਚ 2 ਵੀ ਹੈਗਾ, 3 ਵੀ ਹੈਗਾ, ਇਹਦੇ ਵਿੱਚ 2 ਵੀ ਹੈਗਾ, 3 ਵੀ ਹੈਗਾ। ਠੀਕ ਹੈ ਨਾ, ਸੋ ਇਹ ਜਿਹੜਾ ਹੈਗਾ 4 ਵੀ ਹੈਗਾ ਕਾਮਨ, ਸੋ ਇਟ ਮੀਨਸ ਦੇ ਆਰ ਨਾਟ co-prime numbers। ਹੁਣ ਇਹਦੇ ਵਿੱਚ ਦੇਖੀਏ ਕੀ ਹੁੰਦਾ ਹੈ। ਓਕੇ, ਹੁਣ ਇਹ ਦੇਖ ਲਓ 520 ਦਾ LCM ਲਿਆ, the LCM of 7 is 20, that is LCM is same as the greater number। ਮੈਂ ਤੁਹਾਨੂੰ ਕਿਹਾ ਸੀ ਨਾ, if between two numbers if one number is factor of another number then the LCM is the larger number। so देखो LCM is equal to 20। ਅੱਗੇ ਚਲੀਏ, ਹੁਣ ਆ ਗਿਆ 6 और 18 ਦਾ LCM ਲਿਆ ਕੀਤਾ, ਜਿਹੜੇ LCM ਤੇ ਆ ਗਿਆ 18 which is same as the larger number, so LCM is same as the greater number। part C 12 और 48 ਦਾ ਜਿਹੜੇ LCM ਲਿਆ, LCM ਇਹਦਾ ਪੂਰਾ ਕੀਤਾ ਤੇ LCM ਆ ਗਿਆ 48 which is same as 48, that is LCM is same as the greater number। very good। ਇਹ ਬੱਚੋ ਦੇਖੋ ਬੜੀ ਇੰਪੋਰਟੈਂਟ ਗੱਲਾਂ ਨੇ। ਸੋ ਅਗਰ 45 और 9 ਦਾ LCM ਲਿਆ 3 3 5 ਆ ਗਿਆ 45 which is same as larger number, that is LCM is same as the greater number। ਸੋ ਜਿਹੜੀ ਗੱਲ ਮੈਂ ਤੁਹਾਨੂੰ
ਸਟਾਰਟਿੰਗ ਦੱਸੀ ਸੀਗੀ ਨੋਟ ਕਰਨ ਲਈ, ਯਾਦ ਕਰਨ ਲਈ, ਉਹਦਾ ਅਸੀਂ ਪ੍ਰੈਕਟੀਕਲ ਐਗਜ਼ਾਮਪਲਸ ਰਾਹੀਂ ਅਸੀਂ ਥਰੂ ਆਵਰ ਐਗਜ਼ਾਮਪਲਸ ਵੀ ਹੈਵ ਅੰਡਰਸਟੂਡ that this is true. ठीक है, so ਇਹਦਾ ਮਤਲਬ ਕੀ ਹੈ ਬੱਚਿਓ, what is the conclusion drawn? Thus if one number is a factor of the other number, then the LCM of the two numbers is same as the larger number. ठीक है प्यारे विद्यार्थियों, so with this we come to the end of this exercise and also to the end of this chapter. ਇਸ ਤੋਂ ਬਾਅਦ ਮੈਂ ਕੋਸ਼ਿਸ਼ ਕਰਾਂਗਾ ਮੈਂ ਵਿੱਚ ਥੋੜੇ ਐਕਸਰਸਾਈਜ਼ 5.1 ਤੇ 5.2 ਔਰ 5.3 ਪਹਿਲੇ ਸ਼ੁਰੂ ਕਰ ਦਿੱਤੀ ਸੀ, बिकॉज मैंने एक स्टूडेंट की रिक्वेस्ट आई सी कि सर पहले ओले वीडियो तैयार करके पा दो। सो इस तो मैं कोशिश करांगा या चैप्टर 5 ਨੂੰ ਪਹਿਲੇ ਖਤਮ ਕਰ ਲਾਂਗੇ, ਨਹੀਂ ਤੇ ਫਿਰ ਮੈਂ ਦੇਖਾਂਗਾ ਕੀ ਹੁੰਦਾ ਕਿ ਇਸ ਤੋਂ ਬਾਅਦ, ਨਹੀਂ ਤੇ ਪਹਿਲੇ ਐਕਸਰਸਾਈਜ਼ ਜਿਹੜੀ ਹੈ ਜਿਹੜਾ ਚੈਪਟਰ 4 ਹੈਗਾ ਉਹਨੂੰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਤੁਸੀਂ ਇਸੇ ਤਰ੍ਹਾਂ ਮਿਹਨਤ ਦੇ ਨਾਲ, ਅਨੁਸ਼ਾਸਨ ਦੇ ਨਾਲ, ਡਟ ਕੇ, ਪਰਮਾਤਮਾ ਦੀ ਕਿਰਪਾ ਦੇ ਨਾਲ, ਹੈ ਨਾ, ਨਿਰੰਤਰਤਾ ਦੇ ਨਾਲ, ਰੈਗੂਲੈਰਿਟੀ ਦੇ ਨਾਲ ਆਪਣੀ ਪੜ੍ਹਾਈ ਜਿਹੜੀ ਹੈ ਉਹ ਇਸੇ ਤਰ੍ਹਾਂ ਕਰਦੇ ਰਹੋ। ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰੱਖਾ। ਥੈਂਕ ਯੂ ਵੈਰੀ ਮਚ।